थायराइड का टैसट है बाहर 400 तो 500 च किया जाता है, पर लाइफ केयर फाउंडेशन सिर्फ 120 रुपये का टैसट है। CBC बड़ा कॉमन टैसट है, सिर्फ 70 रुपये करते हैं, बाहर 250 तो 300 का होंगे। अगर 90 रुपये का लिपिड प्रोफाइल का बंदा 4 महीनों बाद टैसट कराता रहे, उन्होंने कदे दिल का दौरा नहीं पैंदा। हुण 3 गुणा रेट ये घट ने। हुण सोच के चलो ਇਹਦੇ ਵਿੱਚ ਵੀ ਸਾਡਾ ਸੈਲਫ ਸਸਟੇਨ ਮਾਡਲ ਚੱਲ ਰਿਹਾ, ਤੇ ਬਾਹਰ ਕਿੰਨੀ ਮੋਟੀ ਕਮਾਈ ਹੁੰਦੀ ਹੋਣੀ ਲੈਬੋਰਟਰੀ ਵਾਲਿਆਂ ਨੂੰ। ਦੇਖੋ ਇੱਕ ਅਦਾਰਾ ਸਭ ਤੋਂ ਵੱਡਾ PGI ਦੇ ਵਿੱਚ ਆਮ ਕਿਸੇ ਲੈਬ ਦੀ ਰਿਪੋਰਟ ਲੈ ਕੇ ਜਾਓਗੇ ਉਹਨਾਂ ਨੇ ਮੰਨਣੀ ਨਹੀਂ ਹੈਗੀ, ਪਰ ਤੁਸੀਂ ਲਾਈਫ ਕੇਅਰ ਫਾਊਂਡੇਸ਼ਨ ਜਦੋਂ ਤੁਸੀਂ ਇਹ ਲੈਬ ਦੀ ਰਿਪੋਰਟ ਲੈ ਕੇ ਜਾਓਗੇ, 2 MD ਪੈਥੋਲੋਜਿਸਟ ਨੇ ਜਿਹੜੇ ਉੱਥੇ ਬੈਠੇ ਨੇ, ਡਾਕਟਰ ਬ੍ਰਹਮਜੋਤ ਕੌਰ, ਡਾਕਟਰ ਈਸ਼ੀ, ਉਹਨਾਂ ਤੋਂ ਵੱਲੋਂ ਅਪਰੂਵਡ ਰਿਪੋਰਟ ਹੈ। PGI ਤੋਂ ਵੱਡਾ ਕੋਈ ਅਦਾਰਾ ਨਹੀਂ, ਉੱਥੇ ਵੀ ਇਹ ਮਾਨਤਾ ਪ੍ਰਾਪਤ ਹੈ। ਲੁਧਿਆਣਾ TV ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ। ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਜਿੱਥੇ ਅੱਜ ਸ਼ਹੀਦੀ ਦਿਹਾੜਾ, ਉੱਥੇ ਹੀ ਜਿਹੜੇ ਸੇਵਕ ਨੇ, ਸਮਾਜ ਸੇਵਾ ਕਰਦੇ ਨੇ, ਉਹਨਾਂ ਵੱਲੋਂ ਵੀ ਇੱਕ ਉਪਰਾਲਾ ਕੀਤਾ ਗਿਆ। ਅੱਜ ਸਾਹਨੇਵਾਲ ਦੇ ਗੁਰਦੁਆਰਾ ਰੇਰੂ ਸਾਹਿਬ ਵਿਖੇ ਇੱਕ ਚੈਰੀਟੇਬਲ ਲੈਬੋਰਟਰੀ ਦੀ ਸ਼ੁਰੂਆਤ ਕੀਤੀ ਗਈ ਆ, ਜਿੱਥੇ ਕਿ ਜਿਹੜੇ ਜ਼ਰੂਰਤਮੰਦ ਲੋਕਾਂ ਦੇ, ਮਰੀਜ਼ਾਂ ਦੇ ਜਿਹੜੇ ਟੈਸਟ ਕੀਤੇ ਜਾਣਗੇ, ਬਹੁਤ ਹੀ ਘੱਟ ਰੇਟਾਂ 'ਤੇ ਹੋਣਗੇ। ਗੱਲਬਾਤ ਕਰਾਂਗੇ, ਸੰਸਥਾ ਦੇ ਜਿਹੜੇ ਮੈਂਬਰ ਨੇ ਸਾਡੇ ਨਾਲ ਮੌਜੂਦ ਨੇ। ਪਰ ਅੱਜ ਸ਼ਹੀਦੀ ਦਿਹਾੜਾ ਵੀ ਆ ਤੇ ਇੱਕ ਨੇਕ ਕੰਮ ਦੀ ਅੱਜ ਸ਼ੁਰੂਆਤ ਵੀ ਹੋਈ ਆ ਤੁਹਾਡੇ ਵੱਲੋਂ ਜੀ। ਪਹਿਲਾਂ ਤਾਂ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦਾ ਜਿਹੜਾ ਦਿਹਾੜਾ, ਸ਼ੁਭ ਦਿਹਾੜਾ, ਇਸ ਸ਼ੁਭ ਦਿਹਾੜੇ ਦੇ ਉੱਤੇ ਗੁਰਦੁਆਰਾ ਰੇਰੂ ਸਾਹਿਬ ਪਾਤਸ਼ਾਹੀ 10ਵੀਂ ਅਨੰਦਪੁਰ ਸਾਹਿਬ ਸਾਹਨੇਵਾਲ ਦੇ ਵਿੱਚ ਜਿਹੜੀ ਓਪਨਿੰਗ ਹੋਈ ਹੈ, ਸਾਡੀ ਅੱਜ ਲੈਬ ਦੀ ਓਪਨਿੰਗ ਕਰਨ ਜਾ ਰਹੇ ਹਾਂ। ਔਰ ਇਸ ਲੈਬ ਦੇ ਸਾਡੀ 35ਵੀਂ ਬ੍ਰਾਂਚ ਦੀ ਓਪਨਿੰਗ ਅੱਜ। ਔਰ ਇਸ ਦੇ ਫਾਇਦੇ ਜਿਹੜੇ ਆ, ਇੱਕ ਗਰੀਬ ਬੰਦੇ ਨੂੰ ਉਹ ਫਾਇਦਾ ਹੋਏਗਾ ਜਿਹੜੇ ਕਿ ਘੱਟ ਰੇਟਾਂ ਦੇ ਵਿੱਚ ਤਕਰੀਬਨ ਜਿਹੜੇ ਨੋਰਮਲ ਸਾਡੇ 60 ਟੈਸਟ ਆ 490 ਰੁਪਏ ਦੇ ਵਿੱਚ ਕੀਤੇ ਜਾਂਦੇ ਆ। ਔਰ ਇਹਨਾਂ ਦੇ ਵਿੱਚ ਟੈਸਟਾਂ ਦੇ ਵਿੱਚ ਸ਼ੁਰੂਆਤੀ ਜਿਹੜੀ ਬਿਮਾਰੀ ਆ ਉਹਦਾ ਪਤਾ ਲੱਗ ਜਾਂਦਾ, ਜਿਸ ਤਰ੍ਹਾਂ ਕਿ ਅਸੀਂ ਟੈਸਟ ਨਹੀਂ ਕਰਾਉਂਦੇ ਕਿਉਂਕਿ ਅੱਜ ਕੱਲ੍ਹ ਦੇ ਜਿਹੜੀ ਤੁਹਾਨੂੰ ਪਤਾ ਹੀ ਆ, ਹਸਪਤਾਲਾਂ ਦੇ ਖਰਚੇ ਇੰਨੇ ਜ਼ਿਆਦਾ ਆ, ਟੈਸਟਾਂ ਦੇ ਖਰਚੇ ਇੰਨੇ ਜ਼ਿਆਦਾ। ਇੱਕ ਗਰੀਬ ਬੰਦਾ ਜਾਂ ਇੱਕ ਮਿਡਲ ਲੈਵਲ ਦਾ ਬੰਦਾ ਆਪਣੇ ਟੈਸਟ ਨਹੀਂ ਕਰਾਉਂਦਾ ਕਿਉਂਕਿ ਇੰਨੇ ਖਰਚਿਆਂ ਦੇ ਵਿੱਚ ਉਹ ਆਪਣੇ ਜਿਹੜੇ ਟੈਸਟ ਅਫੋਰਡ ਨਹੀਂ ਕਰਾ ਸਕਦਾ। 3500 4000 ਦੇ ਜਿਹੜੇ ਖਰਚੇ ਆ। ਸੋ ਇਹ ਸਾਡੀ ਬਹੁਤ ਹੀ ਘੱਟ ਰੇਟਾਂ ਦੇ ਕੈਮੀਕਲ ਖਰਚਿਆਂ ਦੇ ਉੱਤੇ ਹੀ ਇਹ ਜਿਹੜੇ ਟੈਸਟ ਹੁੰਦੇ ਆ। ਔਰ ਜਿਹੜੀ ਸ਼ੁਰੂਆਤੀ ਬਿਮਾਰੀ ਆ ਉਹਦਾ ਹੀ ਪਹਿਲਾਂ ਪਤਾ ਲੱਗ ਜਾਂਦਾ। ਔਰ ਜਿਹੜੇ ਬਿਮਾਰੀ ਗਾਂਹ ਜਾ ਕੇ ਵੱਡਾ ਰੂਪ ਧਾਰਨ ਕਰ ਜਾਂਦੀ ਆ, ਜੇ ਸ਼ੁਰੂਆਤੀ ਬਿਮਾਰੀ ਨੂੰ ਅਸੀਂ ਕਾਬੂ ਵਿੱਚ ਕਰ ਲਈਏ, ਆਪਣੇ ਸਰੀਰ ਦੇ ਜੋ ਵੀ ਆਪਣੇ ਪਤਾ ਲੱਗ ਜਾਂਦਾ ਟੈਸਟਾਂ ਦੇ ਵਿੱਚ, ਉਹਨਾਂ ਨੂੰ ਕਾਬੂ ਕਰ ਲਈਏ ਤਾਂ ਕਿ ਵੱਡੀ ਬਿਮਾਰੀ ਹੋਣ ਤੋਂ ਬਚ ਜਾਂਦੀ ਆ। ਔਰ ਸ਼ੁਰੂਆਤੀ ਟੈਸਟਾਂ ਦੇ ਵਿੱਚ ਹੀ ਪਤਾ ਲੱਗ ਜਾਵੇ ਬੰਦੇ ਨੂੰ, ਮੈਂ ਹੀ ਆ, ਜੇ ਮੈਨੂੰ ਪਤਾ ਲੱਗ ਜਾਵੇ ਮੇਰਾ ਕੋਲੈਸਟਰੋਲ ਵਧਿਆ ਤੇ ਮੈਂ ਮਤਲਬ ਆਪਣੇ ਪਰਹੇਜ਼ ਕਰਕੇ ਹੀ ਆਪਣੀ ਬਿਮਾਰੀ ਨੂੰ ਕੰਟਰੋਲ ਕਰ ਸਕਦਾ। ਸੋ ਇਸ ਲੈਬ ਦੇ ਇਹੀ ਫਾਇਦੇ ਆ। ਮੈਂ ਸਾਰੇ ਦਰਸ਼ਕਾਂ ਨੂੰ, ਦੇਖਣ ਵਾਲੇ ਵੀਰਾਂ ਨੂੰ ਕਹਾਂਗਾ, ਭੈਣਾਂ ਨੂੰ, ਸਾਰਿਆਂ ਨੂੰ, ਪਰਿਵਾਰਾਂ ਨੂੰ ਕਹਾਂਗਾ ਕਿ ਵੱਧ ਤੋਂ ਵੱਧ ਇਹਦਾ ਲੈਬ ਦਾ ਲਾਹਾ ਲਿਆ ਜਾਵੇ। ਔਰ ਆਪਣੇ ਤਕਰੀਬਨ ਜਿਹੜੇ 3 ਮਹੀਨੇ 4 ਮਹੀਨੇ ਬਾਅਦ ਆਪਣੇ ਸਰੀਰ ਦੇ ਟੈਸਟ ਕਰਾਓ। ਜਿੱਦਾਂ 40 ਸਾਲ ਤੋਂ ਉੱਪਰ ਆ ਜਾਂ 50 ਸਾਲ ਤੋਂ ਉੱਪਰ ਆ, ਹਰ 3 ਮਹੀਨੇ ਬਾਅਦ ਆਪਣੇ ਟੈਸਟ ਕਰਾਓ ਤਾਂ ਕਿ ਜੇ ਕੋਈ ਵੀ ਸਾਡੇ ਸਰੀਰ ਦੇ ਵਿੱਚ ਰੋਗ ਆ ਜਾਂ ਸ਼ੁਰੂਆਤੀ ਦੇ ਵਿੱਚ ਹੀ ਸਾਨੂੰ ਪਤਾ ਲੱਗ ਜਾਵੇ ਤੇ ਤਾਂ ਅਸੀਂ ਆਪਣੇ ਜਿਹੜਾ ਇਲਾਜ ਆ ਪਰਹੇਜ਼ ਦੇ ਨਾਲ ਹੀ ਕਰ ਲਵਾਂਗੇ। ਟਾਈਮਿੰਗ ਕੀ ਹੋਊਗੀ ਜੀ ਇਸ ਲੈਬੋਰਟਰੀ ਦੀ? ਮਰੀਜ਼ ਕਦੋਂ ਆ ਸਕਦੇ ਆ ਤੇ ਜਿਹੜੀ ਰਿਪੋਰਟ ਹੁੰਦੀ ਆ ਕਿੰਨੀ ਦੇਰ 'ਚ ਮਿਲ ਜੂ? ਕਈ ਵਾਰ ਮਰੀਜ਼ ਨੇ ਦੂਰੋਂ ਆਉਣਾ ਹੁੰਦਾ, ਉਹਨੂੰ ਫਿਰ ਵੇਟ ਵੀ ਕਾਫੀ ਕਰਨੀ ਪੈਂਦੀ ਆ, ਤੇ ਰਿਪੋਰਟ ਕਿੰਨੀ ਦੇਰ 'ਚ ਤਿਆਰ ਹੋ ਜਾਂਦੀ? ਇਹ ਸਵੇਰੇ ਜਿਹੜੇ ਸਾਡੇ ਜਿੰਨੇ ਵੀ ਟੋਟਲੀ ਟੈਸਟ ਆ ਜੀ, ਅਸੀਂ ਫਾਸਟਿੰਗ 'ਤੇ ਟੈਸਟ ਕਰਦੇ ਆ, ਜਿਹੜਾ ਕਿ ਖਾਲੀ ਪੇਟ ਕਹਿ ਦਿੰਦੇ ਆ। ਸਵੇਰੇ 7 ਵਜੇ ਤੋਂ ਲੈ ਕੇ 12 ਵਜੇ ਤੱਕ ਜਿਹੜੇ ਸੈਂਪਲ ਆ ਲਏ ਜਾਂਦੇ ਆ। ਉਹਦੇ ਬਾਅਦ ਤੁਹਾਡੀ ਜਿਹੜੀ ਰਿਪੋਰਟ ਆ ਤੁਹਾਡੇ WhatsApp 'ਤੇ ਰਿਪੋਰਟ ਆ ਜਾਏਗੀ। ਸੋ ਮੈਂ ਇਹ ਵੀ ਬੇਨਤੀ ਕਰਦਾ ਕਿ ਜਿਹੜੇ ਸਾਡੇ ਟੈਕਨੀਸ਼ੀਅਨ ਆ, ਮੁੰਡੇ ਆ, ਸਾਡੇ ਕੰਮ ਕਰਦੇ ਆ ਬੱਚੇ ਵੀ, ਉਹਨਾਂ ਨੂੰ ਇਹੀ ਕਹੀਦਾ ਵੀ ਜਿਹੜਾ WhatsApp ਦਾ ਨੰਬਰ ਚੱਲਦਾ ਹੋਵੇ ਤਾਂ ਕਿ ਜਿਹੜੇ ਪੇਸ਼ੈਂਟ ਆ, ਮਰੀਜ਼ ਆ, ਉਹਨੂੰ ਆਪਣੀ ਰਿਪੋਰਟ ਡਾਕਟਰ ਸਾਹਿਬ ਨੂੰ ਦਿਖਾਉਣ ਵਾਸਤੇ ਜਾਂ ਜਿਹਨੇ ਵੀ ਹਾਇਰ ਸੈਂਟਰ ਦਿਖਾਉਣ ਵਾਸਤੇ ਉਹਨੂੰ ਆਪਣੇ WhatsApp ਤੋਂ ਅੱਗੇ ਭੇਜ ਸਕਦੇ ਆ। ਔਰ ਸ਼ਾਮ ਨੂੰ 8 ਵਜੇ ਤੋਂ ਬਾਅਦ ਤੁਹਾਡੀ ਜਿਹੜੀ ਰਿਪੋਰਟ ਆ WhatsApp 'ਤੇ ਆ ਜਾਏਗੀ। ਇਹ ਨਿੱਜੀ ਹਸਪਤਾਲਾਂ ਦੀ ਗੱਲ ਕਰੀਏ ਤਾਂ ਇੱਕ ਧੰਦਾ ਬਣਾਇਆ ਗਿਆ ਵਾ, ਕਮਿਸ਼ਨ ਦਾ ਧੰਦਾ। ਜੇ ਡਾਕਟਰ ਆਪਣੀ ਜਿਹੜੀ ਲੈਬੋਰਟਰੀ ਦੇ ਟੈਸਟ ਆ ਉਹਨੂੰ ਮਾਨਤਾ ਦਿੰਦੇ ਆ, ਜੇ ਆਪਾਂ ਬਾਹਰੋਂ ਟੈਸਟ ਕਰਾਈਏ ਤਾਂ ਉਹ ਕਹਿੰਦੇ ਆ ਇਹ ਸਾਡੇ ਇੱਥੇ ਟੈਸਟ ਨਹੀਂ ਹੋਏ ਹੈਗੇ, ਉਹ ਇਹਨਾਂ ਟੈਸਟਾਂ ਨੂੰ ਨਹੀਂ ਮੰਨਦੇ। ਤੇ ਤੁਸੀਂ ਕਿਵੇਂ ਦੇਖਦੇ ਹੋ? ਇਹ ਮਰੀਜ਼ਾਂ ਨੂੰ ਵੀ ਕਈ ਵਾਰੀ ਇਹਦਾ ਨੁਕਸਾਨ ਹੁੰਦਾ, ਦੁਬਾਰਾ ਟੈਸਟ ਕਰਾਉਣੇ ਪੈਂਦੇ ਆ। ਨਹੀਂ ਜੀ, ਅਸੀਂ ਤਾਂ ਇਹੀ ਕਹਾਂਗੇ, ਡਾਕਟਰਾਂ ਨੂੰ ਵੀ ਇਹੀ ਬੇਨਤੀ ਕਰਦੇ ਹਾਂ ਕਿ ਜਿਹੜੀਆਂ ਸਾਡੀਆਂ ਲੈਬ ਦੇ ਵਿੱਚ ਸਾਡੀਆਂ ਮਸ਼ੀਨਾਂ ਆ, ਇਹ ਬਹੁਤ ਹਾਈ ਲੈਵਲ ਦੀਆਂ ਮਸ਼ੀਨਾਂ ਆ, ਇੰਪੋਰਟਡ ਮਸ਼ੀਨਾਂ ਆ। ਔਰ ਜਿਹੜੇ ਆਮ ਲੈਬ ਦੇ ਵਿੱਚ ਇੱਕ 1 ਸਪੌਟ ਬਲੱਡ ਵਾਲੀ ਮਸ਼ੀਨ ਹੁੰਦੀ ਆ, ਉਹਨਾਂ ਨਾਲੋਂ ਬਹੁਤ ਵਧੀਆ ਰਿਜ਼ਲਟ ਆ। ਸਾਡੀ ਜਿਹੜੀ ਲੈਬ ਦੇ ਰਿਜ਼ਲਟ ਆ, ਇਹ ਲਾਲ ਪੈਥ ਲੈਬ ਦੇ ਨਾਲ ਕੰਪੈਰੀਜ਼ਨ ਕੀਤੇ ਜਾਣ ਤਾਂ ਬੈਟਰ ਹੈ ਜੀ।
ਸਾਡੇ ਨਾਲ ਹੋਰ ਵੀ ਮੈਂਬਰ ਮੌਜੂਦ ਨੇ, ਗੱਲਬਾਤ ਕਰਾਂਗੇ। ਸਰ, ਜਿਹੜਾ ਅੱਜ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ, ਤੇ ਇਹ ਸੰਸਥਾ ਕਿੱਥੇ ਕਿੱਥੇ ਜਿਹੜਾ ਇਹ ਲੋਕ ਭਲਾਈ ਦਾ ਕੰਮ ਕਰ ਰਹੀ ਹੈ, ਪੰਜਾਬ ਦੇ ਵਿੱਚ ਕਿੰਨੇ ਜਿਹੜੇ ਸੈਂਟਰ ਚੱਲ ਰਹੇ ਆ? ਸਭ ਤੋਂ ਪਹਿਲਾਂ ਤਾਂ ਲੁਧਿਆਣਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਜਿਸ ਤਰ੍ਹਾਂ ਬਾਈ ਅਮਰਜੀਤ ਜੀ ਨੇ ਦੱਸਿਆ ਸ਼ਾਰਟ ਦੇ ਵਿੱਚ ਲੈਬ ਦੇ ਬਾਰੇ, ਸੋ ਇਹ ਵੀ ਬਹੁਤ ਵੱਡੇ ਚਿਹਰੇ ਨੇ। ਬਾਈ ਅਮਰਜੀਤ ਜੀ ਬਹੁਤ ਇੱਕ ਮਸ਼ਹੂਰ ਹੋਈ ਸੀ, ਸਾਡੀ ਰਿਪੋਰਟ ਜਿੱਦਾਂ ਦੀ ਮਰਜ਼ੀ ਲਾ ਦਿਓ, ਪਹਿਲਾਂ ਪ੍ਰਸ਼ਾਦਾ ਛਕੋ ਯਾਰ। ਅਤੇ ਅੰਦੋਲਨ 'ਚ ਇੱਕ ਦਿਨ ਵੀ ਘਰ ਨਹੀਂ ਗਏ ਬਾਪੂ ਸੰਤੋਖ ਸਿੰਘ ਜੀ, ਜੋ ਲਾਈਫ ਕੇਅਰ ਫਾਊਂਡੇਸ਼ਨ ਦੇ ਸਰਪ੍ਰਸਤ ਨੇ, ਸਾਡੇ ਵਿੱਚ ਮੌਜੂਦ ਨੇ। ਸੋ ਇਹ ਜਿਹੜੀ ਲੈਬ ਹੈ 35ਵੀਂ ਜਿਹੜੀ ਕਲੈਕਸ਼ਨ ਸੈਂਟਰ ਹੈ ਇੱਥੇ ਖੋਲ੍ਹਿਆ ਗਿਆ, ਜਿਹਦੇ ਵਿੱਚ ਸਵੇਰੇ 7 ਵਜੇ ਤੋਂ 12 ਵਜੇ ਤੱਕ ਟੈਸਟ ਕੀਤੇ ਜਾਣਗੇ। ਠੀਕ, ਉਸ ਤੋਂ ਬਾਅਦ ਜਿਵੇਂ ਤੁਸੀਂ ਇਹ ਨਾਲ ਦੇਖ ਹੀ ਰਹੇ ਹੋ, ਜਿਸ ਤਰ੍ਹਾਂ ਡੇਰਾਬੱਸੀ, ਜ਼ੀਰਕਪੁਰ, ਬਨੂੜ, ਖਰੜ, ਕੁਰਾਲੀ, ਸੋਹਾਣਾ, ਰਾਜਪੁਰਾ, ਮੋਰਿੰਡਾ, ਜ਼ਿਆਦਾਤਰ ਜਿਹੜੇ ਸੈਂਟਰ ਨੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਨੇ ਆਪਣੇ ਸੈਂਟਰ। ਅਤੇ 7 ਤੋਂ 12 ਟੈਸਟ ਦੇ ਸ਼ਾਮ ਨੂੰ ਰਿਪੋਰਟ ਫੋਨ 'ਤੇ ਅਤੇ ਅਗਲੇ ਦਿਨ ਆ ਕੇ ਪੇਸ਼ੈਂਟ ਹਾਰਡ ਕਾਪੀ ਇੱਥੋਂ ਲੈ ਜਾਂਦਾ। ਇਹਦਾ ਮਕਸਦ ਇਹੀ ਹੈ, ਸਾਡੇ ਬਹੁਤ ਸਤਿਕਾਰਯੋਗ ਵੀਰ ਅਵਤਾਰ ਸਿੰਘ ਜੀ ਬੈਨੀਪਾਲ, ਜਿਨ੍ਹਾਂ ਨੇ ਆਪ ਇੱਕ ਬਹੁਤ ਭਿਆਨਕ ਜਿਹੜੀ ਗੋਡਿਆਂ ਦੀ ਬਿਮਾਰੀ ਤੋਂ ਉੱਭਰ ਕੇ ਆਏ। ਉਸ ਤੋਂ ਬਾਅਦ ਉਹਨਾਂ ਨੇ ਆਪਣੇ ਸਰੀਰ ਨੂੰ ਸੈੱਟ ਕੀਤਾ, ਫਿਰ ਇੱਕ ਸੋਚ ਲੈ ਕੇ ਆਏ ਕਿ ਅਸੀਂ ਨੋ ਪ੍ਰੋਫਿਟ ਨੋ ਲੋਸ 'ਤੇ ਬਿਲਕੁਲ ਨਿਗੂਣੇ ਬਿਨਾਂ ਮੁਨਾਫਿਆਂ ਤੋਂ ਜਿਹੜਾ ਟੈਸਟ ਨੇ ਉਹ ਕੀਤੇ ਜਾਣਗੇ। ਜਿਵੇਂ ਤੁਹਾਨੂੰ ਉਦਾਹਰਨ ਦੇਵਾਂ, ਥਾਇਰਾਇਡ ਦਾ ਟੈਸਟ ਆ ਬਾਹਰ 400 ਤੋਂ 500 'ਚ ਕੀਤਾ ਜਾਂਦਾ, ਪਰ ਲਾਈਫ ਕੇਅਰ ਫਾਊਂਡੇਸ਼ਨ ਸਿਰਫ 120 ਰੁਪਏ ਦਾ ਟੈਸਟ ਹੈ। CBC ਬੜਾ ਕਾਮਨ ਟੈਸਟ ਹੈ, ਸਿਰਫ 70 ਰੁਪਏ 'ਚ ਕਰਦੇ ਹਾਂ, ਬਾਹਰ 250 ਤੋਂ 300 ਦਾ ਹੁੰਦਾ। ਲਿਪਿਡ ਪ੍ਰੋਫਾਈਲ, ਜੇ ਬੰਦਾ ਸਮੇਂ 'ਤੇ 3-4, ਜਿਵੇਂ ਬਾਈ ਅਮਰਜੀਤ ਜੀ ਨੇ ਦੱਸਿਆ ਕਿ ਬੰਦਾ 4-5 ਮਹੀਨਿਆਂ ਬਾਅਦ ਟੈਸਟ ਕਰਾਉਂਦਾ ਰਹੇ। ਲਿਪਿਡ ਪ੍ਰੋਫਾਈਲ ਜਿਹਦੇ ਨਾਲ ਖੂਨ ਗਾੜੇ ਦਾ ਪਤਾ ਲੱਗਦਾ, ਦਿਲ ਦਾ ਟੈਸਟ ਹੁੰਦਾ ਜਿਹੜਾ, ਉਹਦੇ ਵਿੱਚ ਜੇ ਕਰਾਉਂਦੇ ਰਹੀਏ ਤਾਂ ਆਪਾਂ ਹਾਰਟ ਅਟੈਕ ਤੋਂ ਬਚ ਸਕਦੇ ਹਾਂ। ਸੋ ਜਿਹੜੇ ਟੋਟਲ ਜਿਹੜੇ ਟੈਸਟ ਨੇ ਬਹੁਤ ਘੱਟ, ਜੇ ਬਾਜ਼ਾਰ 'ਚ 100 ਰੁਪਈਆ ਰੇਟ ਹੈ ਅਤੇ ਸਾਡੇ ਕੋਲ 25 ਰੁਪਏ ਰੇਟ ਹੈ। ਦੇਖੋ, ਇੱਕ ਅਦਾਰਾ ਸਭ ਤੋਂ ਵੱਡਾ PGI ਦੇ ਵਿੱਚ ਆਮ ਕਿਸੇ ਲੈਬ ਦੀ ਰਿਪੋਰਟ ਲੈ ਕੇ ਜਾਓਗੇ ਉਹਨਾਂ ਨੇ ਮੰਨਣੀ ਨਹੀਂ ਹੈਗੀ, ਪਰ ਤੁਸੀਂ ਲਾਈਫ ਕੇਅਰ ਫਾਊਂਡੇਸ਼ਨ ਜਦੋਂ ਤੁਸੀਂ ਇਹ ਲੈਬ ਦੀ ਰਿਪੋਰਟ ਲੈ ਕੇ ਜਾਓਗੇ, 2 MD ਪੈਥੋਲੋਜਿਸਟ ਨੇ ਜਿਹੜੇ ਉੱਥੇ ਬੈਠੇ ਨੇ, ਡਾਕਟਰ ਬ੍ਰਹਮਜੋਤ ਕੌਰ, ਡਾਕਟਰ ਈਸ਼ੀ, ਉਹਨਾਂ ਤੋਂ ਵੱਲੋਂ ਅਪਰੂਵਡ ਰਿਪੋਰਟ ਹੈ। PGI ਤੋਂ ਵੱਡਾ ਕੋਈ ਅਦਾਰਾ ਨਹੀਂ, ਉੱਥੇ ਵੀ ਇਹ ਮਾਨਤਾ ਪ੍ਰਾਪਤ ਹੈ। ਤੁਸੀਂ ਜਿਵੇਂ ਇੱਕ ਗੱਲ ਕੀਤੀ ਸੀ ਬਾਈ ਅਮਰਜੀਤ ਜੀ ਨਾਲ ਗੱਲ ਕਰਦਿਆਂ ਕਿ ਡਾਕਟਰ ਮਾਨਤਾ ਨਹੀਂ, ਇਹ ਚੀਜ਼ ਆਪਾਂ ਪੇਸ਼ੈਂਟ ਨੂੰ ਜਾਗਰੂਕ ਕਰਨਾ ਕਿ ਜਦ ਤੁਸੀਂ ਰਿਪੋਰਟ ਦੇ ਪਿੱਛੇ ਬੈਕਮੈਨ ਕੋਲਟਰ ਦੀਆਂ ਮਸ਼ੀਨਾਂ ਉੱਤੇ ਹੋਇਆ ਟੈਸਟ ਦਿਖਾਓਗੇ, ਉਸ ਤੋਂ ਬਾਅਦ ਤੁਸੀਂ MD ਪੈਥੋਲੋਜਿਸਟ ਡਾਕਟਰ ਦੀ ਰਿਪੋਰਟ ਦਿਖਾਓਗੇ। ਸਭ ਤੋਂ ਮੇਨ ਜਿਹੜੀ ਗੱਲ ਹੈ ਕਿ ਇੱਕ QR ਕੋਡ ਲੱਗਿਆ ਹੁੰਦਾ ਜੀ ਰਿਪੋਰਟ ਦੇ ਉੱਤੇ। ਆਹ ਰਿਪੋਰਟ ਹੈ ਜੀ ਪੇਸ਼ੈਂਟਸ ਦੀ, ਆਹ ਇੱਕ QR ਕੋਡ ਹੈ ਜੀ, ਇਹਨੂੰ ਤੁਸੀਂ ਸਕੈਨ ਕਰੋਗੇ, ਰਿਪੋਰਟ ਤੁਹਾਡੇ ਫੋਨ ਦੇ ਉੱਤੇ ਆਟੋਮੈਟਿਕ ਖੁੱਲ੍ਹ ਜਾਏਗੀ। ਸੋ ਕਿਸੇ ਵੀ ਤਰ੍ਹਾਂ ਦਾ ਇੱਥੇ ਲੈਬ ਦੀ ਟੈਸਟ ਦੀ ਕੁਆਲਿਟੀ ਨਾਲ ਸਮਝੌਤਾ ਨਹੀਂ ਕੀਤਾ ਜਾਂਦਾ। ਜਿਸ ਤਰ੍ਹਾਂ ਮੈਂ ਤੁਹਾਨੂੰ ਇਹ ਦਿਖਾਵਾਂ ਕਿ ਜਿਸ ਤਰ੍ਹਾਂ ਆਮ ਲੈਬ ਕੀ ਕਰਦੀਆਂ, ਮੰਨ ਲਓ ਤੁਸੀਂ ਸਾਡਾ ਇੱਕ ਪੈਕੇਜ ਕਰਵਾਉਂਦੇ ਹੋ, ਪੈਕੇਜ ਦੇ ਵਿੱਚ ਇਹ ਇੱਕ EDT ਵਾਇਲ ਹੈ ਜੀ, ਇਹ ਇੱਕ ਪਲੇਨ ਵਾਇਲ ਹੈ। ਪੈਕੇਜ ਦੇ ਵਿੱਚ ਇਹ 2 ਵਾਇਲਾਂ ਦੇ ਨਾਲ ਟੈਸਟ ਹੋ ਜਾਂਦਾ, ਪਰ ਸਿਰਫ 10 ਰੁਪਏ ਦੇ ਟੈਸਟ ਵਾਸਤੇ ਇੱਕ ਵੱਖਰੀ ਵਾਇਲ ਲਾਈ ਜਾਂਦੀ ਹੈ। ਇਹ ਵਾਇਲ ਫਲੋਰਾਈਡ ਦੀ ਵਾਇਲ ਹੈ ਜੀ, ਇਹਦੇ ਵਿੱਚ ਆਪਾਂ ਜੇ ਸੈਂਪਲ ਲੈਂਦੇ ਹਾਂ 10 ਤੋਂ 12 ਘੰਟੇ ਵੀ ਸੈਂਪਲ ਸ਼ੂਗਰ ਦਾ ਪਿਆ ਰਵੇ, ਰਿਪੋਰਟ ਉਹੀ ਆਊਗੀ। ਹੁਣ ਤੁਸੀਂ ਆਪ ਯਕੀਨ ਕਰੋ, 3 ਵਾਇਲਾਂ ਲੱਗਦੀਆਂ ਨੇ, ਅਗਰ ਇੱਕ ਪੈਕੇਜ ਕਰਾਉਂਦੇ ਹੋ 2 ਵਾਇਲਾਂ ਨਾਲ ਸਰ ਸਕਦਾ, ਪਰ ਸਿਰਫ 10 ਰੁਪਏ ਦੇ ਟੈਸਟ ਵਾਸਤੇ ਇਹ ਵਾਇਲ ਲਾਈ ਜਾਂਦੀ ਹੈ। ਅਤੇ ਇਹ ਜਿਹੜੀਆਂ ਵਾਇਲਾਂ ਨੇ, ਇਹ ਵੈਕਿਊਮ ਵਾਇਲਾਂ ਨੇ, ਹਾਈ ਕੁਆਲਿਟੀ ਵਾਇਲਾਂ ਨੇ, ਠੀਕ ਹੈ ਜੀ। ਇਹਨਾਂ ਉੱਤੇ ਇਹ ਆਟੋਮੈਟਿਕ ਇਹ ਬਾਰਕੋਡ ਜਿਹੜੀ ਮਸ਼ੀਨ ਹੈ, ਇੱਥੋਂ ਜਦੋਂ ਪੇਸ਼ੈਂਟ ਦੀ ਐਂਟਰੀ ਹੋ ਜਾਣੀ ਹੈ, ਇਸ 'ਤੇ ਬਾਰਕੋਡ ਲੱਗ ਕੇ ਫਿਰ ਮਸ਼ੀਨ ਦੇ ਵਿੱਚ ਫਿਰ ਸਾਡੇ ਪੈਥੋਲੋਜਿਸਟ ਡਾਕਟਰ ਦੇਖਦੇ ਨੇ, ਫਿਰ ਅਪਰੂਵ ਕਰਦੇ ਨੇ। ਉਹ ਰਿਪੋਰਟ ਪੂਰੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਮੈਡੀਕਲ ਇੰਸਟੀਚਿਊਟ ਨੇ ਪੂਰੇ ਇੰਡੀਆ ਦੇ ਵਿੱਚ, ਉੱਥੋਂ ਮਾਨਤਾ ਪ੍ਰਾਪਤ ਹੈ। ਤੇ ਜਿਹੜੇ ਪ੍ਰਾਈਵੇਟ ਹਸਪੀਟਲ ਆ, ਕੀ ਉਹ ਰਿਪੋਰਟ ਇਹਨੂੰ ਮੰਨਣਗੇ ਉਹ? ਤੇ ਜੇ ਉਹ ਨਹੀਂ ਮੰਨਦੇ ਤਾਂ ਤੁਸੀਂ ਕਿਵੇਂ ਉਹਨਾਂ ਨੂੰ ਸਮਝਾਓਗੇ? ਦੇਖੋ ਜੀ, ਸਮਝਾਉਣਾ ਹੁਣ ਕਈ ਬੜੇ ਸਤਿਕਾਰਯੋਗ, ਕਈਆਂ ਦਾ ਕੰਮ ਰੁਕ ਜਾਣਾ, ਕਈਆਂ ਦਾ ਧੰਦਾ ਬੰਦ ਹੋ ਜਾਣਾ। ਦੇਖੋ ਜੀ, ਇਹ 2 ਗੱਲਾਂ ਨੇ। ਇੱਕ ਤਾਂ ਵੀ ਅੱਜ ਕੱਲ੍ਹ ਮਰੀਜ਼ ਨੂੰ ਇਸ ਗੱਲ ਦਾ ਪਤਾ ਹੈ ਕਿ ਵੀ ਡਾਕਟਰ ਨੇ ਰਿਪੋਰਟ ਨਹੀਂ ਮੰਨਦੇ। ਸਾਨੂੰ ਵੀ ਆਉਂਦੇ ਨੇ ਮੁਖਤਲਿਫ ਜਿਹੜੇ ਪੇਸ਼ੈਂਟ ਨੇ, ਆ ਕੇ ਕਹਿੰਦੇ ਨੇ ਰਿਪੋਰਟ ਸਾਡੀ ਨਹੀਂ ਮੰਨੀ ਜਾਏਗੀ। ਅਸੀਂ ਉਹਨਾਂ ਨੂੰ ਕਹਿੰਦੇ ਹਾਂ, ਅਗਰ ਤੁਸੀਂ ਜਾਗਰੂਕ ਹੋ ਨਾ। ਇੱਕ ਕੇਸ ਮੈਂ ਤੁਹਾਨੂੰ ਦੱਸਦਾ ਜੀ, ਇੱਕ ਪੇਸ਼ੈਂਟ ਟੈਸਟ ਕਰਵਾ ਕੇ ਲੈ ਕੇ ਗਿਆ, ਉਸਨੇ ਆਪਣੀ ਰਿਪੋਰਟ ਨੂੰ ਡਾਕਟਰ ਦੇ ਮੇਜ਼ 'ਤੇ ਰੱਖਿਆ, ਡਾਕਟਰ ਕਹਿੰਦਾ ਰਿਪੋਰਟ ਠੀਕ ਨਹੀਂ। ਪੇਸ਼ੈਂਟ ਨੇ ਕਿਹਾ, ਜੇ ਤੁਸੀਂ ਰਿਪੋਰਟ ਦੇਖ ਕੇ ਕਹਿੰਦੇ ਨਾ ਠੀਕ ਨਹੀਂ, ਤਾਂ ਇਹਦਾ ਮਤਲਬ ਮੈਂ ਮੰਨਦਾ ਵੀ। ਤੁਸੀਂ ਬਿਨਾਂ ਦੇਖੇ ਕਹਤਾ, ਇਹਦਾ ਮਤਲਬ ਤੁਹਾਡੀ ਕਮਿਸ਼ਨ ਹੈ ਕਿਤੇ ਬਾਹਰ। ਕਹਿੰਦੇ ਮੈਂ ਬਾਹਰੋਂ ਰਿਪੋਰਟ ਕਰਵਾ ਲੈਣਾ, ਜੇ ਰਿਪੋਰਟ ਮੇਰੀ ਸਹੀ ਆਈ, ਸਾਰੇ ਪੈਸੇ ਤੁਸੀਂ ਮੈਨੂੰ ਦਿਓਗੇ। ਅਤੇ ਉਸ ਪੇਸ਼ੈਂਟ ਦੀ ਰਿਪੋਰਟ ਮੰਨੇਗੀ, ਬਕਾਇਦਾ ਉਹਨੂੰ ਦਵਾਈ ਵੀ ਦਿੱਤੇਗੀ। ਸੋ ਕਹਿਣ ਦਾ ਮਤਲਬ, ਅਗਰ ਪੇਸ਼ੈਂਟ ਜਾਗਰੂਕ ਹੈ, ਕੋਈ ਪੇਸ਼ੈਂਟ ਇੱਥੇ ਆਉਂਦਾ, ਅਸੀਂ ਉਹਨੂੰ ਜਾਗਰੂਕ ਕਰਦੇ ਹਾਂ, ਪੇਸ਼ੈਂਟ ਦਾ ਹੀ ਜਵਾਬ ਹੁੰਦਾ ਵੀ ਡਾਕਟਰ ਨਹੀਂ ਮੰਨਣਗੇ। ਪਰ
100 ਚੋਂ 30% ਜਿਹੜੇ ਡਾਕਟਰ ਨੇ ਬੜੇ ਸਤਿਕਾਰਯੋਗ, ਜਿਹੜੇ ਸੀਨੀਅਰ ਡਾਕਟਰ ਨੇ, ਉਹ ਸਾਡੇ ਨਾਲ ਨੇ, ਰਿਪੋਰਟ ਨੂੰ ਬਕਾਇਦਾ ਮੰਨਦੇ ਵੀ ਨੇ ਤੇ ਬਕਾਇਦਾ ਪੇਸ਼ੈਂਟ ਨੂੰ ਭੇਜਦੇ ਵੀ ਨੇ ਵੀ ਅਨਨੈਸੈਸਰੀ ਬਿਨਾਂ ਮਤਲਬ ਤੋਂ ਬਾਹਰ ਕਿੱਥੇ ਪੇ ਕਰਨਾ। ਸੋ ਜੇ ਸਾਰੇ ਚੰਗੇ ਵੀ ਨਹੀਂ ਤਾਂ ਸਾਰੇ ਬੁਰੇ ਵੀ ਨਹੀਂ। ਤੇ ਕਈ ਟੈਸਟ ਕਿਹੜੇ ਨੇ ਜਿਹੜੇ ਬੰਦੇ ਨੂੰ ਰੈਗੂਲਰ ਕਰਾਉਂਦੇ ਰਹਿਣੇ ਚਾਹੀਦੇ ਆ ਤੇ ਕਿਹੜੇ ਟੈਸਟ ਆਪਾਂ ਕਰਦੇ ਆ? ਦੇਖੋ ਜਿਵੇਂ ਇੱਕ 800 ਰੁਪਏ ਦਾ ਪੈਕੇਜ ਹੈ ਜਿਹਦੇ ਵਿੱਚ ਵਿਟਾਮਿਨ ਡੀ, ਵਿਟਾਮਿਨ ਬੀ, ਆਇਰਨ ਪ੍ਰੋਫਾਈਲ, CBC ਕੰਪਲੀਟ ਬਲੱਡ ਕਾਊਂਟ, ਥਾਇਰਾਇਡ ਦੇ ਟੈਸਟ, KFT ਗੁਰਦਿਆਂ ਦੇ ਟੈਸਟ, ਜਿਹੜੇ ਰੂਟੀਨ ਦੇ ਟੈਸਟ ਨੇ। ਹੁਣ ਇੱਕ ਛੋਟੀ ਜਿਹੀ ਗੱਲ ਹੈ ਜਿਹੜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਦਾ। ਜੇ ਬੰਦਾ ਟੈਸਟ ਕਰਾਉਂਦਾ ਤਾਂ ਮਹੀਨੇ ਦੀ ਇਨਵੈਸਟਮੈਂਟ ਬੈਠਦੀ ਹੈ ਸਿਰਫ 200 ਰੁਪਈਆ। ਇੱਕ ਕੇਸ ਐਵੇਂ ਆਇਆ ਜੀ, ਅਸੀਂ ਪਿੰਡਾਂ 'ਚ ਜਿਵੇਂ ਕੈਂਪ ਵੀ ਲਾਉਂਦੇ ਹਾਂ। ਜਗਤਾਰ ਸਿੰਘ ਜੀ, ਉਮਰ 57 ਸਾਲ, ਅਸੀਂ ਪਿੰਡ 'ਚ ਕੈਂਪ ਲਾਇਆ। ਉਹ ਕਹਿੰਦੇ ਚਲੋ ਆਪਾਂ ਟੈਸਟ ਕਰਵਾ ਲੈਂਦੇ ਹਾਂ, ਕੋਈ ਗੱਲ ਨਹੀਂ। ਉਹਨਾਂ ਨੇ ਟੈਸਟ ਕਰਵਾਇਆ, ਦਿਲ ਉਹਨਾਂ ਦਾ ਬਿਲਕੁਲ ਲਗਭਗ ਬੰਦ ਸੀ। ਕੋਲੈਸਟਰੋਲ ਬਹੁਤ ਜ਼ਿਆਦਾ ਵਧਿਆ ਹੋਇਆ ਸੀ, ਟ੍ਰਾਈਗਲਾਈਸਰਾਈਡ, ਬੈਡ ਕੋਲੈਸਟਰੋਲ, ਓਵਰਆਲ ਕੋਲੈਸਟਰੋਲ ਉਹਨਾਂ ਦਾ ਵਧਿਆ ਹੋਇਆ ਸੀ। ਉਹਨਾਂ ਨੇ ਟੈਸਟ ਕਰਵਾਇਆ, ਆਮ ਕਰਕੇ ਫੋਨ ਹੀ ਆਉਂਦਾ ਹੁੰਦਾ ਕੀ ਹੋਇਆ ਬੰਦੇ ਨੂੰ ਜੀ, ਬੰਦਾ ਹਾਰਟ ਅਟੈਕ ਆਇਆ, ਚੜ੍ਹਾਈ ਕਰ ਗਿਆ ਜੀ ਬੰਦਾ, ਜਾਂ ਸਟੰਟ ਪੈ ਗਿਆ, 3-4 ਲੱਖ ਰੁਪਇਆ। ਅਗਰ 90 ਰੁਪਏ ਦਾ ਲਿਪਿਡ ਪ੍ਰੋਫਾਈਲ ਦਾ ਬੰਦਾ 4 ਮਹੀਨਿਆਂ ਬਾਅਦ ਟੈਸਟ ਕਰਾਉਂਦਾ ਰਹੇ, ਉਹਨੂੰ ਕਦੇ ਦਿਲ ਦਾ ਦੌਰਾ ਨਹੀਂ ਪੈਂਦਾ, ਹੈ ਨਾ ਜੀ। ਇੱਕ ਜਿਹੜੇ ਮੇਨ, ਅਗਰ ਮਹੀਨੇ ਦਾ 200 ਰੁਪਇਆ ਮੰਨ ਕੇ ਚੱਲੀਏ, 4 ਮਹੀਨਿਆਂ ਬਾਅਦ ਸਿਰਫ 800 ਰੁਪਏ ਦਾ ਆਪਾਂ ਪੈਕੇਜ ਕਰਵਾ ਲਈਏ, ਕਿਉਂਕਿ ਹਵਾ ਰਾਹੀਂ ਵੀ ਆਪਾਂ ਨੂੰ ਮਾਰ ਹੈ, ਆਪਾਂ ਨੂੰ ਖਾਣੇ ਰਾਹੀਂ ਵੀ ਮਾਰ ਹੈ, ਅਤੇ ਪਾਣੀ ਵੀ ਆਪਣਾ ਗੰਦਲਾ ਹੋ ਚੁੱਕਿਆ। ਸੋ ਮੈਂ ਕਹਿੰਦਾ ਪੰਜਾਬ ਦੇ ਹਰ ਬਸ਼ਿੰਦੇ ਨੂੰ ਵੀ ਡਾਕਟਰਾਂ ਦੀਆਂ ਜੇਬਾਂ ਭਰਨ ਨਾਲੋਂ ਆਪਣੇ ਤੌਰ ਦੇ ਉੱਤੇ ਟੈਸਟ ਕਰਵਾ ਲੈਣੇ ਚਾਹੀਦੇ ਨੇ। ਅਤੇ ਇੱਕ ਖਾਸ ਗੱਲ, ਕਿਉਂਕਿ ਓਨਲੀ ਸੋਰਸ ਆਫ ਐਨਰਜੀ ਬਾਡੀ ਦਾ ਹੈਗਾ ਫੂਡ। ਅਸੀਂ ਸਾਡੇ ਵਿੱਚ ਸੀਨੀਅਰ ਡਾਈਟੀਸ਼ੀਅਨ ਡਾਕਟਰ ਅਮਨ, ਉਹ ਵੀ ਜੁੜੇ ਹੋਏ ਨੇ। ਮੰਨ ਲਓ ਕੋਈ ਪੇਸ਼ੈਂਟ ਇੱਥੋਂ ਟੈਸਟ ਕਰਵਾਉਂਦਾ ਹੈ ਤਾਂ ਫੋਨ ਉੱਤੇ ਮੁਫਤ ਉਹਨਾਂ ਨੂੰ ਭੋਜਨ ਸਲਾਹਕਾਰ ਨੇ ਉਹਨਾਂ ਨੂੰ ਦੱਸਿਆ ਵੀ ਜਾਂਦਾ ਵੀ ਤੁਸੀਂ ਇਹ ਭੋਜਨ ਲਓ। ਕਈ ਵਾਰੀ OTPT ਵਧੇ ਹੁੰਦੇ ਨੇ, ਐਲਕਾਲਾਈਨ, ਬਿਲਰੂਬਿਨ, ਉਹ ਸਿਰਫ ਆਪਣੇ ਖਾਣੇ ਨਾਲ ਹੀ ਠੀਕ ਹੋ ਜਾਂਦਾ। ਕੋਲੈਸਟਰੋਲ ਆਪਣੇ ਖਾਣੇ ਨਾਲ ਠੀਕ ਹੋ ਜਾਂਦਾ। ਡਾਕਟਰ ਕੋਲ ਜਾਵਾਂਗੇ, ਉਹਨਾਂ ਨੇ 400-500, 1000, 1200 ਦੀ ਦਵਾਈ ਲਿਖ ਦੇਣੀ ਹੈ ਜੀ, ਅਤੇ ਦਵਾਈ ਤੁਹਾਨੂੰ ਪਤਾ ਚੰਗੀ ਤਰ੍ਹਾਂ ਠੀਕ ਨਹੀਂ ਕਰਦੀ, ਸਿਰਫ ਮੋਡੀਫਾਈ ਕਰਦੀ ਹੈ ਬਿਮਾਰੀ ਨੂੰ। ਅਤੇ ਮੇਰੀ ਬੇਨਤੀ ਇਹੀ ਹੈ ਵੀ 200 ਰੁਪਏ ਮਹੀਨਾ ਮੰਨ ਕੇ ਚੱਲੀਏ, 800 ਰੁਪਇਆ ਜੇ ਆਪਾਂ 4 ਮਹੀਨੇ ਦਾ ਮੰਨ ਕੇ ਚੱਲੀਏ ਕਰਵਾ ਲੈਣੇ ਚਾਹੀਦੇ ਨੇ। ਆਪਾਂ ਨੂੰ ਛੇਤੀ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਪੈਂਦੀ। ਸਰ ਖਰਚੇ ਤਾਂ ਤੁਹਾਡੇ ਵੀ ਕਾਫੀ ਹੋਣਗੇ, ਜਿਹੜਾ ਤੁਹਾਡਾ ਵੀ ਸਟਾਫ ਆ ਅਤੇ ਜਿਹੜਾ ਹੋਰ ਟੈਸਟ ਕਰਦੇ ਹੋ, ਮਸ਼ੀਨਾਂ ਦੇ ਖਰਚੇ ਆ, ਅਤੇ ਤੁਸੀਂ ਕਸਟਮਰ ਨੂੰ ਵੀ ਜਿਹੜਾ ਉਹ ਬੈਨੀਫਿਟ ਮਿਲ ਰਿਹਾ ਵਾ ਕਿ ਸਸਤੇ ਜਿਹੜੇ ਟੈਸਟ ਹੁੰਦੇ ਆ, ਅਤੇ ਅਫੋਰਡ ਕਿਵੇਂ ਕਰਦੇ ਹੋ, ਅਤੇ ਇਹਦੇ ਨਾਲ ਸੇਵਾ ਤੁਹਾਨੂੰ ਕਿੱਥੋਂ ਆਉਂਦੀ ਹੈ? ਸਭ ਤੋਂ ਪਹਿਲਾਂ ਜੀ ਆਪਾਂ ਨਾ ਫ੍ਰੀ ਵਾਲੀ ਆਦਤ ਨਹੀਂ ਪਾਈ। ਅਗਰ ਫ੍ਰੀ ਵਾਲੀ ਆਦਤ ਪਾਉਂਦੇ, ਸਾਡਾ 10 ਦਿਨ ਲੈਬ ਚੱਲ ਸਕਦੀ ਹੈ, 20 ਦਿਨ ਚੱਲ ਸਕਦੀ ਹੈ, ਹੱਦ ਮਹੀਨਾ ਚੱਲ ਜੂਗੀ। ਇਹ ਡੋਨੇਸ਼ਨ ਲੈਸ ਸੈਲਫ ਸਸਟੇਨ ਮਾਡਲ ਹੈ ਜੀ। ਇਹ ਨੋ ਪ੍ਰੋਫਿਟ ਨੋ ਲੋਸ ਦੇ ਬੇਸ ਦੇ ਉੱਤੇ ਚੱਲ ਰਿਹਾ ਹੈ। ਜਿਸ ਤਰ੍ਹਾਂ ਕਹਿ ਲਓ, ਕਿੰਨੇ ਕੁ ਮਰੀਜ਼ ਆ ਜਾਂਦੇ ਆ, ਕੀ ਕੋਈ ਗਿਣਤੀ ਹੈ ਪਰ ਡੇ ਕਿੰਨੇ ਪੇਸ਼ੈਂਟ? ਜਿਵੇਂ ਮੈਂ ਤੁਹਾਨੂੰ ਵੱਖ-ਵੱਖ ਸ਼ਹਿਰਾਂ ਦੀ ਗੱਲ ਕੀਤੀ, ਇਹਨਾਂ ਸ਼ਹਿਰਾਂ ਵਿੱਚੋਂ ਸਾਨੂੰ ਜਿਹੜੀ ਐਵਰੇਜ ਹੈ 700 ਤੋਂ 900 ਆਪਾਂ ਨੂੰ ਜਿਹੜੇ ਪੇਸ਼ੈਂਟ ਨੇ ਰੋਜ਼, ਉਹਨਾਂ ਦੀ ਆਪਾਂ ਭਰੋਸੇਯੋਗਤਾ ਹਾਸਲ ਕੀਤੀ ਹੋਈ ਹੈ। ਸੋ ਹੁਣ ਸਾਹਨੇਵਾਲ ਵਿੱਚ ਵੀ ਇੱਥੇ ਸ਼ੁਰੂ ਹੋਏ ਆ, ਸਤਿਕਾਰਯੋਗ ਪ੍ਰਧਾਨ ਜੀ ਇੱਥੇ ਨਾਲ ਖੜ੍ਹੇ ਹੋਏ ਨੇ। ਇਹਨਾਂ ਦੇ ਸਹਿਯੋਗ ਦੇ ਨਾਲ, ਗੁਰਦੁਆਰਾ ਸਾਹਿਬ ਰੇਰੂ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ, ਕਾਲਸੇ ਵਾਲੇ ਬਾਬਾ ਜੀ ਦੇ ਸਹਿਯੋਗ ਨਾਲ ਆਪਾਂ ਇਹ ਜੋ ਸ਼ੁਰੂਆਤ ਕੀਤੀ ਹੈ। ਸੋ ਜਿਹੜੀ ਸੇਵਾ ਦੀ ਉਹ ਸੈਲਫ ਸਸਟੇਨ ਮਾਡਲ ਹੈ, ਡੋਨੇਸ਼ਨ ਲੈਸ ਹੈ, ਅਤੇ ਬਾਕੀ ਨੋ ਪ੍ਰੋਫਿਟ ਨੋ ਲੋਸ 'ਤੇ ਹੈ। ਕਿਉਂਕਿ ਜਿੰਨਾ ਸਿਰਫ ਖਰਚਿਆਂ ਉੱਤੇ, ਬਾਈ ਅਮਰਜੀਤ ਜੀ ਨੇ ਦੱਸਿਆ, ਸਿਰਫ ਖਰਚਿਆਂ ਉੱਤੇ ਟੈਸਟ ਨੇ। ਜੇ ਉਹ ਖਰਚਾ ਜਿੰਨਾ ਆਪਾਂ ਲਾ ਰਹੇ ਹਾਂ ਉਨਾ ਹੀ ਆਪਾਂ ਪੇਸ਼ੈਂਟ ਤੋਂ ਲੈ ਰਹੇ ਹਾਂ। ਹੁਣ 3 ਗੁਣਾ ਰੇਟ ਇਹ ਘੱਟ ਨੇ। ਹੁਣ ਸੋਚ ਕੇ ਚੱਲੋ, ਇਹਦੇ ਵਿੱਚ ਵੀ ਸਾਡਾ ਸੈਲਫ ਸਸਟੇਨ ਮਾਡਲ ਚੱਲ ਰਿਹਾ, ਅਤੇ ਬਾਹਰ ਕਿੰਨੀ ਮੋਟੀ ਕਮਾਈ ਹੁੰਦੀ ਹੋਣੀ ਲੈਬੋਰਟਰੀ ਵਾਲਿਆਂ ਨੂੰ। ਆਮ ਕਰਕੇ ਇੱਕ ਲੈਬ ਦੇ ਵਿੱਚ ਪੈਥੋਲੋਜਿਸਟ ਹੋਣਾ ਜ਼ਰੂਰੀ ਹੁੰਦਾ, ਪਰ ਤੁਸੀਂ ਲੈਬ ਤੋਂ ਕਿਤੇ ਆਮ ਟੈਸਟ ਕਰਾਓਗੇ, ਉਹ ਥੱਲੇ ਸਾਈਨ ਹੁੰਦੇ ਨੇ DMLT ਦੇ, MLT ਦੇ ਸਾਈਨ ਹੋਣਗੇ, ਪਰ ਉੱਥੇ ਸਾਈਨ ਪੈਥੋਲੋਜਿਸਟ ਡਾਕਟਰ ਦਾ ਚਾਹੀਦਾ। ਅਗਰ ਪੇਸ਼ੈਂਟ ਇਸ ਤਰ੍ਹਾਂ ਭੁਆ ਕੇ ਰਿਪੋਰਟ ਦਿਖਾਉਂਦਾ ਆ ਵੀ ਆਹ ਦੇਖੋ ਪੈਥੋਲੋਜਿਸਟ ਡਾਕਟਰ ਬੈਠੇ ਹੋਏ ਨੇ, ਇਹ ਲੈਬ ਹੈ ਜੀ, ਬਹੁਤ ਛੇਤੀ ਲੈਬ ਆਪਣੀ NABL ਹੋਣ ਜਾ ਰਹੀ ਹੈ। ਜਦੋਂ ਲੈਬ NABL ਹੋ ਗਈ ਤਾਂ ਤੁਸੀਂ ਪੂਰੇ ਸੰਸਾਰ 'ਚ ਕਿਤੇ ਵੀ ਰਿਪੋਰਟ ਦਿਖਾ ਸਕਦੇ ਹੋ। ਆਪਾਂ ਨੋ ਪ੍ਰੋਫਿਟ ਨੋ ਲੋਸ, ਆਮ ਪਿੰਡਾਂ 'ਚ ਉੱਠੇ ਸਾਡੇ ਫਾਊਂਡਰ ਨੇ ਬਾਈ ਅਵਤਾਰ ਸਿੰਘ ਜੀ, ਤੋਂ ਇਹੋ ਜਿਹੇ ਚਿਹਰੇ, ਬਾਈ ਅਮਰਜੀਤ ਜੀ, ਬਾਈ ਬਾਪੂ ਸੰਤੋਖ ਸਿੰਘ ਜੀ, ਉਹ ਚਿਹਰਾ ਨੇ। ਤੁਸੀਂ ਗੱਲਬਾਤ ਕਰੋਗੇ, ਜਦੋਂ ਸ਼ੁਰੂਆਤ ਵਿੱਚ ਉੱਥੇ ਗਏ ਸੀ ਮੋਰਚੇ ਉੱਤੇ, ਜਿਹੜਾ ਬੰਬ ਦਾ ਗੋਲਾ ਅੱਖ ਦੇ ਉੱਤੇ ਲੱਗਿਆ ਸੀਗਾ, ਅਤੇ ਫਿਰ ਵੀ ਲਲਕਾਰ ਕੇ ਨੌਜਵਾਨਾਂ ਨੂੰ ਮੂਹਰੇ ਕੀਤਾ, ਇੱਕ ਦਿਨ ਵੀ ਘਰ ਨਹੀਂ ਆਏ। ਵੀ ਉੱਥੇ ਵੀ ਜੰਗ ਸਾਡੀ ਕਾਰਪੋਰੇਟਸ ਦੇ ਖਿਲਾਫ ਸੀਗੀ, ਇੱਥੇ ਵੀ ਸਾਡੀ ਜਿਹੜੀ ਜੰਗ ਹੈ ਕਾਰਪੋਰੇਟਸ ਦੇ ਖਿਲਾਫ ਹੈ। ਵੱਡੀਆਂ ਜਿਹੜੀਆਂ ਲੈਬ ਦੀਆਂ ਚੇਨਾਂ ਨੇ ਉਹ ਕਾਰਪੋਰੇਟ ਮਾਡਲ ਹੈ, ਇਹ ਸੇਵਾ ਮਾਡਲ ਹੈ। ਜਿਹੜੀ ਬਰਾਬਰਤਾ ਆ ਉਹ ਸੇਮ ਹੈ।
ਸੋ ਸਾਡਾ ਜ਼ੋਰ ਜ਼ਰੂਰ ਲੱਗਦਾ ਥੋੜ੍ਹਾ ਜਿਹਾ ਪੇਸ਼ੈਂਟ ਨੂੰ ਸਮਝਾਉਣ ਲਈ, ਕਈ ਵਾਰੀ ਡਾਕਟਰ ਨੂੰ ਸਮਝਾਉਣ ਲਈ, ਪਰ ਇਹ ਹੈ ਵੀ ਅਸੀਂ ਚਾਲ ਬੇਸ਼ੱਕ ਕੱਛੂ ਦੀ ਚੱਲ ਰਹੇ ਹਾਂ, ਪਰ ਉਮੀਦ ਹੈ ਕਿ ਸਤਿਗੁਰਾਂ ਦੇ ਆਸਰੇ ਨਾਲ ਵੀ ਅਸੀਂ ਜ਼ਰੂਰ ਜਿੱਤਾਂਗੇ ਜੀ। ਸਾਰਾ ਪੰਜਾਬ ਜਾਗਰੂਕ ਹੋਏਗਾ। ਸਕੈਨ ਹੁੰਦੀ ਆ, CT ਸਕੈਨ, MRI ਦੇ ਵਿੱਚ ਵੀ ਕਾਫੀ ਜਿਹੜਾ ਤੁਹਾਨੂੰ ਵੀ ਪਤਾ ਕਮਿਸ਼ਨ ਜਿਹੜਾ ਬੰਨਿਆ ਹੁੰਦਾ, ਉਹਦੇ ਲਈ ਵੀ ਕੁਝ ਪ੍ਰੋਜੈਕਟ ਲਾਂਚ ਕਰ ਰਹੇ ਹੋ ਤੁਸੀਂ? ਦੇਖੋ ਜੀ, ਲੈਬ ਦਾ ਇਹ ਚੱਲ ਰਿਹਾ ਜੀ, ਅਤੇ ਸਿੰਘੂ ਬਾਰਡਰ ਉੱਤੇ ਜਿਸ ਤਰ੍ਹਾਂ ਸਾਡਾ ਕਿਸਾਨ ਮਜ਼ਦੂਰ ਏਕਤਾ ਹਸਪਤਾਲ ਲਗਭਗ 1 ਸਾਲ ਚੱਲਿਆ, ਜਿਸ ਵਿੱਚ 10 ਬੈੱਡ ਸੀ, 3 ਡਾਕਟਰ ਸੀਗੇ, ਨਰਸਿੰਗ ਸਟਾਫ ਸੀ, ਫਾਰਮਾਸਿਸਟ ਸੀਗੇ, ਫਿਜ਼ੀਓਥੈਰੇਪੀ ਵੀ ਸੀਗੇ, ਈਵਨ ਹੈ ਨਾ 1 ਲੱਖ ਦੇ ਕਰੀਬ ਆਪਾਂ ਉੱਥੇ ਲੋਕਲ ਨੂੰ ਵੀ ਅਤੇ ਆਮ ਜਿਹੜੇ ਆਪਣੇ ਕਿਸਾਨ ਭਰਾ ਸੀ ਉਹਨਾਂ ਨੂੰ ਆਪਾਂ ਉਹਨਾਂ ਟਰੀਟਮੈਂਟ ਦੇ ਕੇ ਆਏ ਹਾਂ। ਅਤੇ ਉਹ ਜਿਹੜਾ ਹੂ-ਬ-ਹੂ ਹੌਸਪੀਟਲ ਦਾ ਮਾਡਲ ਹੈ ਜਿਹੜਾ ਵੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣ, ਉਹ ਬਾਈ ਅਮਰਜੀਤ ਜੀ ਜਿਹਨਾਂ ਨਾਲ ਤੁਸੀਂ ਗੱਲ ਕੀਤੀ ਹੈ, ਇਹਨਾਂ ਦੇ ਪਿੰਡ ਚਲਾਂਗ ਭੋਗਪੁਰ ਵਿਖੇ ਉਹ ਲੱਗਣ ਜਾ ਰਿਹਾ, ਜਿੱਥੇ ਬਹੁਤ ਹੀ ਮਹੀਨ ਫੀਸ ਦੇ ਵਿੱਚ ਉੱਥੋਂ ਦੇ ਇਲਾਕੇ ਦੇ ਆਮ ਲੋਕਾਂ ਦਾ ਉੱਥੇ ਇਲਾਜ ਹੋਊਗਾ, ਜਿਸ ਸਿੰਘੂ ਬਾਰਡਰ ਦੀ ਤਰਜ਼ ਦੇ ਉੱਤੇ। ਸੋ ਜੀ ਤੁਹਾਡਾ ਸਵਾਲ ਸੀ ਵੀ ਸਕੈਨ, ਬਿਲਕੁਲ ਜੀ ਸਾਡੀ ਸੋਚ ਇਹ ਨੋ ਪ੍ਰੋਫਿਟ ਨੋ ਲੋਸ 'ਤੇ ਬੜੀ ਛੇਤੀ ਅਸੀਂ ਇਸ ਖੇਤਰ ਵਿੱਚ ਵੀ ਆ ਰਹੇ ਹਾਂ, ਅਤੇ ਇਸ ਸਥਾਨ 'ਤੇ ਰੇੜੂ ਸਾਹਿਬ ਆਉਣ ਵਾਲੇ ਸਮੇਂ 'ਚ ਅਸੀਂ ਇੱਕ ਡਾਕਟਰ ਦੀ ਜਿਹੜੀ ਫੈਸਿਲਿਟੀ ਹੈ ਉਹ ਫ੍ਰੀ ਆਫ ਕੋਸਟ ਅਸੀਂ ਇੱਥੇ ਸਟਾਰਟ ਕਰਾਂਗੇ। ਡਾਈਟੀਸ਼ੀਅਨ ਦੀ ਆਲਰੇਡੀ ਹੈਗੀ ਹੈ ਜੀ, ਬਾਕੀ ਸੋਚ ਹੈ ਜੀ, ਬਾਕੀ ਤੁਹਾਡੇ ਸਭ ਦੇ ਸਹਿਯੋਗ ਦੇ ਨਾਲ ਅੱਗੇ ਵੱਧਦੇ ਜਾਵਾਂਗੇ ਜੀ। ਸੋ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਅੱਜ ਜਿਹੜਾ ਸਾਹਨੇਵਾਲ ਗੁਰਦੁਆਰਾ ਰੇਰੂ ਸਾਹਿਬ ਵਿਖੇ ਇੱਕ ਲੈਬੋਰਟਰੀ ਦੀ ਸਥਾਪਨਾ ਕੀਤੀ ਗਈ ਹੈ। ਅੱਜ ਤੋਂ ਜਿਹੜੀਆਂ ਸੇਵਾਵਾਂ ਸ਼ੁਰੂ ਹੋ ਚੁੱਕੀਆਂ ਨੇ, ਅਤੇ ਨਾਲ ਦੀ ਨਾਲ ਜਿਹੜੇ ਮਹਿੰਗੇ ਟੈਸਟ ਨੇ ਉਹ ਵੀ ਬਹੁਤ ਹੀ ਘੱਟ ਰੇਟਾਂ 'ਤੇ ਇੱਥੇ ਕੀਤੇ ਜਾਣਗੇ, ਅਤੇ ਉਹਨਾਂ ਵੱਲੋਂ ਵੀ ਲੋਕਾਂ ਨੂੰ ਅਪੀਲ ਆ ਕਿ ਉਹ ਜਿਹੜੇ ਆਪਣੇ ਟੈਸਟ ਨੇ ਉਹ ਇੱਥੋਂ ਕਰਾਉਣ, ਤਾਂ ਕਿ ਉਹਨਾਂ ਦੇ ਸਮੇਂ ਦੀ ਅਤੇ ਪੈਸੇ ਦੀ ਵੀ ਬਚਤ ਹੋ ਸਕੇ। ਅਤੇ ਨਾਲ ਦੀ ਨਾਲ ਉਹਨਾਂ ਨੇ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਵੀ ਲੋਕਾਂ ਨੂੰ ਇਹ ਮੈਸੇਜ ਦਿੱਤਾ ਕਿ ਹਰ 4 ਮਹੀਨੇ ਬਾਅਦ ਆਪਣਾ ਜਿਹੜਾ ਟੈਸਟ ਕਰਾਉਣ, ਤਾਂ ਕਿ ਵੱਡੀਆਂ ਗੰਭੀਰ ਬਿਮਾਰੀਆਂ ਤੋਂ ਜਿਹੜਾ ਬਚਿਆ ਜਾ ਸਕੇ। ਕੈਮਰਾਮੈਨ ਜੋਗਾ ਸਿੰਘ ਦੇ ਨਾਲ ਅਮਨਦੀਪ, ਲੁਧਿਆਣਾ TV।